खैरा साहब जी ने सारा कुछ दस ही दिता आ। ਅਸੀਂ ਜਦੋਂ ਦੀ ਪੰਚਾਇਤ 98 'ਚ ਅਸੀਂ ਅਲੱਗ ਹੋਏ ਸੀ ਪਿੰਡ ਝਿੜੂ ਤੋਂ, ਅਤੇ ਉਸ ਤੋਂ ਬਾਅਦ ਸਾਡੀ ਜ਼ਮੀਨ ਦਾ ਜਿੰਨਾ ਸਾਡਾ ਨਾਨਕ ਨਗਰੀ ਦਾ ਹਿੱਸਾ ਬਣਦਾ ਸਾਨੂੰ ਨਹੀਂ ਦਿੱਤਾ ਗਿਆ। ਮਤਲਬ ਕਾਫੀ ਡਿਪਾਰਟਮੈਂਟਾਂ 'ਚ ਅਸੀਂ ਕੰਪਲੇਂਟਾਂ ਵੀ ਪਾਈਆਂ ਜਿਨ੍ਹਾਂ ਦੀ ਅੱਜ ਤੱਕ ਵੀ ਕੋਈ ਸੁਣਵਾਈ ਨਹੀਂ ਕੀਤੀ ਗਈ। ਸਾਤੋਂ ਪਈਆਂ ਹੋਈਆਂ ਕੰਪਲੇਂਟਾਂ ਕਿ ਉਹ ਜਿੱਥੇ ਵੀ ਦਿੰਦੇ ਅਗਲੇ ਕਹਿੰਦੇ ਤੁਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ, ਉਹ ਅੱਜ ਤੱਕ ਪੈਂਡਿੰਗ ਹੀ ਪਈਆਂ ਜੀ। ਬਾਕੀ ਰਹੀ ਜ਼ਮੀਨ ਦੀ ਜਦੋਂ ਵੰਡ ਕੀਤੀ ਗਈ ਆ, ਸਾਡੇ ਹਿੱਸੇ ਜਿਹੜੀ ਜ਼ਮੀਨ ਆਉਣੀ ਸੀਗੀ ਸਾਨੂੰ ਪਹਿਲਾਂ ਵੰਡ ਦੇ ਵਿੱਚ ਵਧੀਆ, ਚਲੋ ਜੋ DC ਸਾਹਿਬ ਸੀਗੇ ਉਹ ਮੌਜੂਦੇ ਦੇ ਬਹੁਤ ਵਧੀਆ ਸੀਗੇ, ਉਹਨਾਂ ਨੇ ਸਾਡੀ ਵੰਡ ਨੂੰ ਵਧੀਆ ਢੰਗ ਨਾਲ ਕੀਤੀ। ਉਸ ਤੋਂ ਬਾਅਦ ਸਾਡੀ ਨਾ ਇਹਨਾਂ ਨੇ ਦੁਬਾਰਾ ਕੰਪਲੇਂਟ ਪਾ ਕੇ ਡਾਇਰੈਕਟਰ ਸਾਹਿਬ ਨੇ ਦੁਬਾਰਾ ਫਿਰ ਵੰਡ ਲਈ ਚੁਣੌਤੀ ਦਿੱਤੀ। ਉਸ ਵੇਲੇ DC ਸਾਹਿਬ ਨੇ ਇੱਕ ਕਮੇਟੀ ਬਣਾਈ ਸੀ ਤਹਿਸੀਲਦਾਰ ਸਾਹਿਬ ਅਤੇ DDPO ਆਪਣੇ BDO ਸਾਹਿਬ ਦੀ, ਵੀ ਦੋਨਾਂ ਪੰਚਾਇਤਾਂ ਨੂੰ ਸਹਿਮਤੀ 'ਚ ਲੈ ਕੇ ਜ਼ਮੀਨ ਦਾ ਮੌਕਾ ਦੇ ਕੇ ਚੰਗੀ ਨਾ ਚੰਗੀ ਮਾੜੀ ਨਾ ਮਾੜੀ ਕਰਕੇ ਇਹਨਾਂ ਦੀ ਵੰਡ ਕੀਤੀ ਜਾਵੇ। ਪਰ ਸਾਡੀ ਕੋਈ ਸਹਿਮਤੀ ਨਹੀਂ ਲਈ ਗਈ, ਨਾ ਇਹਨਾਂ ਨੇ ਮੌਕਾ ਦੇਖਿਆ ਕਮੇਟੀ ਨੇ, ਇਹਨਾਂ ਨੇ ਇੱਕ ਤਰਫੀ ਵੰਡ ਕਰਤੀ। ਅੱਜ ਵੀ ਸਾਡੇ ਹਿੱਸੇ ਜਿਹੜੀ ਜ਼ਮੀਨ ਪਾਈ ਗਈ ਆ ਸਾਰੀ ਬੰਜਰ ਪਾਈ ਗਈ ਆ, ਪਾਣੀ ਦੀ ਮਾਰ ਹੇਠ ਬਈ ਦੇ ਵਿੱਚ ਪਾਈ ਗਈ ਆ। ਸਾਨੂੰ ਜਾਣੀ ਕਿ ਮਾੜੀ ਜ਼ਮੀਨ ਹੀ ਦਿੱਤੀ ਗਈ, ਨਾ ਕਿ ਚੰਗੀ ਦਿੱਤੀ ਗਈ। ਤਬਾਦਲੇ ਵੱਟੇ ਜਿਹੜੀ ਜ਼ਮੀਨ ਇਹਨਾਂ ਨੇ ਪਾਈ ਸੀ ਉਹ ਵੀ ਬਈ ਦੇ ਕੰਢੇ ਸਾਨੂੰ ਦਿੱਤੀ ਆ, ਰੇਤਲੀ ਜ਼ਮੀਨ ਆ, ਮਾਰੂ ਆ ਜੀ। ਉਹ ਵੀ ਪਾਣੀ ਜਦੋਂ ਕਿਤੇ ਚੜ੍ਹਾਅ ਹੁੰਦਾ ਤਾਂ ਜ਼ਮੀਨ 'ਚ ਆਉਂਦਾ ਆ, ਅਤੇ ਅੱਜ ਤੱਕ ਵੀ ਜੇ ਉਹ ਠੇਕੇ 'ਤੇ ਚੜ੍ਹ ਰਹੀ ਆ ਅਤੇ ਉਹਨਾਂ ਦੇ ਹੀ ਬੰਦੇ ਲੈਂਦੇ ਆ ਕੇ, ਮੰਨ ਲਓ ਬਾਹਰਲਾ ਬੰਦਾ ਨਹੀਂ ਲੈ ਸਕਦਾ ਜ਼ਮੀਨ, ਪੂਰਾ ਹਾੜਾ ਵੀ ਵੱਧ ਦੇ ਕੇ ਮੰਨ ਲਓ ਲੈ ਰਹੇ ਆ। ਮੰਨ ਲਓ ਸਾਡੀ ਕੋਈ ਐਸੀ ਵਾਦੀ ਹੋਣ ਕਰਕੇ ਜੀ ਬਹੁਤ ਪਰੇਸ਼ਾਨੀਆਂ ਚੱਲੀਆਂ। ਇਹੀ ਜ਼ਮੀਨ ਸਾਡੇ ਪਿੰਡ ਲਈ ਆਮਦਨੀ ਦਾ ਸਾਧਨ ਸੀ। ਔਰ ਇਹਦੇ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਆ, ਜਿਹੜਾ ਲਾਅ ਆ ਨਾ, ਜਦੋਂ ਕਹਿੰਦੇ ਆ ਕਿ ਤਬਾਦਲਾ ਅਲਾਉ ਕਰਨਾ ਸਰਕਾਰ ਨੇ, ਉਹਦੇ 'ਚ ਪਬਲਿਕ ਇੰਟਰਸਟ ਦੇਖਣਾ ਹੁੰਦਾ ਕਿ ਪਬਲਿਕ ਨੂੰ ਕੀ ਫਾਇਦਾ ਹੋ ਰਿਹਾ, ਇਹਨਾਂ ਦੇ ਪਿੰਡ ਨੂੰ, ਚਹੇੜੂ ਨੂੰ ਜਾਂ ਇਹਨਾਂ ਦੇ ਪਿੰਡ ਨਾਨਕ ਨਗਰੀ ਨੂੰ ਕੀ ਫਾਇਦਾ ਹੋਣਾ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਫਾਇਦਾ ਇਹਨਾਂ ਨੂੰ ਕੀ ਦੇਣਾ ਸੀ। ਇਹਨਾਂ ਦੀ ਤਾਂ ਲੁੱਟ ਹੋ ਗਈ। ਇਹਨਾਂ ਦੀ ਚੰਗੀ ਜ਼ਮੀਨ, ਜ਼ਰਖੇਜ਼ ਜ਼ਮੀਨ, ਚਾਹੀ ਜ਼ਮੀਨ, ਮੋਟਰਾਂ ਲੱਗੀਆਂ ਜ਼ਮੀਨ, ਖੇਤੀ ਹੁੰਦੀ ਜ਼ਮੀਨ, ਉਹ ਲੈ ਗਏ ਅਤੇ ਇਹਨਾਂ ਨੂੰ ਮਾੜੀ ਜ਼ਮੀਨ ਬਈ ਦੇ ਕੰਢੇ 'ਤੇ ਜਿਹੜੀ ਹੜ੍ਹ ਮਾਰੂ ਜ਼ਮੀਨ ਆ ਉੱਥੇ ਚੱਕ ਕੇ ਜ਼ਮੀਨ ਦੇ ਦਿੱਤੀ ਆ। ਇਹ ਤੁਸੀਂ ਅੰਦਾਜ਼ਾ ਲਾ ਲਓ। ਅਸਲ ਵਿੱਚ ਜੇ ਚੀਫ ਮਿਨਿਸਟਰ ਵਿੱਚ ਮਾੜਾ ਜਿਹਾ ਵੀ ਤਿਣਕਾ ਹੋਵੇ ਨਾ, ਇਹਦੀ ਵਿਜੀਲੈਂਸ ਇਨਕੁਆਇਰੀ ਇਹਦੀ ਬਣਦੀ ਹੈ ਇਸ ਗੱਲ ਦੀ, ਔਰ ਸਾਰਿਆਂ ਦੀ ਇਨਕੁਆਇਰੀ ਕੀਤੀ ਜਾਵੇ ਕਿ ਕਿਹਨਾਂ ਨੇ ਮਤੇ ਪਾਸ ਕੀਤੇ, ਕਿਹਨਾਂ ਨੇ ਮਤੇ ਪ੍ਰਵਾਨਗੀ ਦਿੱਤੀ, ਕਿੱਦਾਂ ਪਬਲਿਕ ਇੰਟਰਸਟ ਦੀਆਂ ਧੱਜੀਆਂ ਉਡਾਈਆਂ ਗਈਆਂ। ਇਟਸ ਅ ਪਰਫੈਕਟ ਕੇਸ ਫॉर proper government inquiry and appropriate criminal action against all these powerful people and who colluded with the lovely university owners to help them get this prime land and build their concrete university on agricultural land of these two villages. ਤੁਹਾਡਾ ਸਾਰਿਆਂ ਦਾ ਸ਼ੁਕਰੀਆ। ਅਗਰ ਕੋਈ ਸਵਾਲ ਪੁੱਛਣਾ ਚਾਹੁੰਦੇ ਤਾਂ ਪੁੱਛੋ। ਮੈਂ ਕਹਿੰਦਾ ਜੀ ਜਿਹੜਾ 2010 ਵਾਲਾ ਸੀਗਾ, ਉਸ ਤੋਂ ਬਾਅਦ ਜਿਨ੍ਹਾਂ ਨੇ ਪ੍ਰਵਾਨਗੀ ਦਿੱਤੀ ਸਾਰੇ ਘੜੀਸੋ ਵਿੱਚ, ਮੇਰੀ ਕਿਸੇ ਨਾਲ ਕੋਈ ਪ੍ਰੋਟੈਕਸ਼ਨ ਨਹੀਂ ਗਈ। ਜਿਹੜੇ ਵੀ ਆਦਮੀ ਜਿਹੜੇ ਅਗਰ ਇਹ ਦੇਖੋ, ਇਹ ਡਿਪਾਰਟਮੈਂਟ ਦੀਆਂ ਫਾਈਲਸ ਜਿਹੜੀਆਂ ਆਈ ਬਿਲੀਵ ਕਿ ਮਿਨਿਸਟਰ ਦਿੰਦਾ ਵਾ ਤਬਾਦਲੇ ਦੀ ਪ੍ਰਵਾਨਗੀ, ਉਹ ਮਿਨਿਸਟਰ ਦੀ ਵੀ ਇਨਕੁਆਇਰੀ ਹੋਣੀ ਚਾਹੀਦੀ। ਕੌਣ ਸੀ ਮਿਨਿਸਟਰ ਮੈਨੂੰ ਨਹੀਂ ਪਤਾ, ਕਿਹਨੇ ਇਸ ਦੀ ਪ੍ਰਵਾਨਗੀ ਦਿੱਤੀ। ਜਿੰਨੇ ਅਫਸਰਾਂ ਨੇ ਦਿੱਤੀ, ਸਕੱਤਰ, ਡਾਇਰੈਕਟਰ ਪੰਚਾਇਤ, ਡਿਪਟੀ ਡਾਇਰੈਕਟਰ ਪੰਚਾਇਤ, DDPO, PDPO, ਸਭ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਮੈਂ ਤਾਂ ਮੰਗਦਾ ਹੀ ਨਿਰਪੱਖ ਐਕਸ਼ਨ ਆ ਇਹਨਾਂ ਦੀ, ਇਰਰਿਸਪੈਕਟਿਵ ਅਕਾਲੀ ਸੀ, ਕਾਂਗਰਸ ਸੀਗੀ। ਜਦੋਂ ਇੱਦਾਂ ਲੁੱਟ ਹੁੰਦੀ ਆ, then there is no question of party, then there is question is only about our state, our people and ਸਾਡਾ ਜਿਹੜਾ ਮਸਲਾ ਤੇ ਸਾਡੀ ਜਿਹੜੀ ਲੁੱਟ ਹੋਈ ਆ। ਤੁਸੀਂ ਵੀ ਥੋੜੀ ਹੈਲਪ ਕਰੋ ਨਾ, ਜੇ ਉਹਨਾਂ ਨੇ ਕਰਾਇਆ ਤਾਂ ਮੈਂ ਤਾਂ ਕਹਿੰਦਾ ਉਹਨਾਂ ਦੇ ਵੀ ਪਰਚਾ ਦਰਜ ਕਰਾਓ। ਪਰ ਹੁਣ ਮੌਕੇ ਤੇ ਕੌਣ ਹੈ ਸਰਕਾਰ? ਮੌਕੇ ਦੀ ਸਰਕਾਰ ਕੰਪੀਟੈਂਟ ਆ ਇਹਨਾਂ ਦਾ ਤਬਾਦਲਾ ਰੱਦ ਕਰਾਉਣ ਲਈ। ਮੌਕੇ ਦੀ ਸਰਕਾਰ ਆ ਬਿਲਡਿੰਗ ਢਵਾਉਣ ਲਈ। ਮੌਕੇ ਦੀ ਸਰਕਾਰ ਇਸ ਦਲਿਤ ਪਿੰਡ ਨੂੰ, ਦਲਿਤ ਗਰੀਬਾਂ ਦੀ ਜ਼ਮੀਨ ਇਹਨਾਂ ਨੂੰ ਰਿਸਟੋਰ ਕਰਾ ਸਕਦੀ। ਪੁਰਾਣੀ ਗੱਲ ਨੂੰ ਆਪਾਂ ਪੁਰਾਣੀ ਲੈਣ ਦੀ ਵਿੱਚ ਉਹ ਮੈਂ ਹਲੇ ਪਹਿਲਾਂ ਲੈਟ ਅਸ ਸੀ ਇਹ ਕੀ ਰਿਐਕਟ ਕਰਦੇ, ਦੇਖਦੇ ਕਿੰਨਾ ਕੁ ਆਪਣੇ ਆਮ ਆਦਮੀ ਪਾਰਟੀ ਦੇ ਮੈਂਬਰ, ਜਿਹੜਾ ਇਮਾਨਦਾਰ ਮੈਂਬਰ ਹੈਗਾ, ਉਹਨੂੰ ਬਚਾਉਂਦੇ ਨੇ। ਇਹ ਆਪਣੇ MP ਨੂੰ ਕਿੱਥੇ ਕਿਸ ਹੱਦ ਤੱਕ ਜਾਂਦੇ ਨੇ, ਪਹਿਲਾਂ ਲੋਕਾਂ ਦੀ ਕਚਹਿਰੀ 'ਚ ਪਤਾ ਲੱਗਣ ਦਿਓ, ਅਗਲੀ ਕਾਰਵਾਈ ਤੁਹਾਨੂੰ ਦੱਸਾਂਗਾ। ਉਹ ਮੇਰੇ ਤਾਂ ਧਿਆਨ 'ਚ ਹੀ ਅੱਜ ਆਇਆ। ਹੁਣ ਮੈਂ ਪਿਛਲੇ 5 ਸਾਲ ਕਿੱਦਾਂ ਚੱਲ ਜਾਂਦਾ ਛੋਟੇ, ਵੀ ਕਿਹੋ ਜਿਹੀ ਗੱਲਾਂ ਕਰਦੇ ਤੁਸੀਂ। ਮੈਂ ਤਾਂ ਕਹਿੰਦਾ ਜੇ ਮਗਰਲਿਆਂ ਨੇ ਨਹੀਂ ਕੀਤਾ ਉਹਨਾਂ ਨੂੰ ਵੀ ਲਿਆਓ, ਤੁਸੀਂ ਵੀ ਕਰੋ ਨਾ ਥੋੜਾ ਐਫਰਟ। ਤੁਸੀਂ ਥੋੜਾ ਆਪ, ਜੇਕਰ ਤੁਹਾਨੂੰ ਮੇਰੇ ਤੋਂ ਪਹਿਲਾਂ ਪਤਾ ਸੀਗਾ, ਤੁਹਾਡਾ ਫਰਜ਼ ਬਣਦਾ ਸੀਗਾ ਟੂ ਗੈਟ ਦਿਸ ਲੈਂਡ ਵੈਕੇਟਡ।
I learnt about it ਜਦੋਂ ਹਰਦਾਸਪੁਰੇ ਦਾ, don't make a sign out of it, ਮੈਂ ਸੱਚ ਕਹਿ ਰਿਹਾ ਹਾਂ। ਜਦੋਂ ਹਰਦਾਸਪੁਰੇ ਦੀ ਜ਼ਮੀਨ ਦਾ ਮੈਂ ਮਸਲਾ ਉਠਾਇਆ, ਉਸ ਵਕਤ ਮੈਨੂੰ ਪਿੰਡ ਵਾਲਿਆਂ ਨੇ ਅਪਰੋਚ ਕੀਤਾ ਕਿ ਅਸੀਂ ਵੀ ਲੁੱਟੇ ਹੋਏ ਆ ਇਹਨਾਂ ਤੇ। That is the time I came to know। ਅਗਰ 5 ਸਾਲ ਮੈਨੂੰ ਪਹਿਲਾਂ ਪਤਾ ਨਾ, 5 ਸਾਲ ਪਹਿਲਾਂ ਇਹਨਾਂ ਦੀ ਮਦਦ ਕਰਨੀ ਸੀ। ਤੁਹਾਡਾ ਸਵਾਲ ਫਜ਼ੂਲ ਜਿਹਾ ਨਹੀਂਗਾ ਜੀ? ਸਭ ਤੇ ਕਿਉਂ? ਮੈਂ ਤਾਂ ਕਹਿੰਦਾ ਭਾਵਾਂ ਕੋਈ ਅਕਾਲੀ ਸੀ ਮਿਨਿਸਟਰ, ਭਾਵਾਂ ਕੋਈ ਕਾਂਗਰਸ ਮਿਨਿਸਟਰ ਸੀ, ਭਾਵਾਂ ਕੋਈ ਕਾਂਗਰਸ ਲੀਡਰ ਸੀ, ਜਿਨ੍ਹਾਂ ਲੋਕਾਂ ਨੇ ਕਲਿਊਡ ਕਰਕੇ ਇਹਨਾਂ ਨੂੰ ਜ਼ਮੀਨ ਦਿੱਤੀ ਆ, ਤਬਾਦਲਾ ਗਲਤ ਕੀਤਾ, ਉਹਨਾਂ ਸਾਰਿਆਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਹੈ। ਹੁਣ ਸੰਤੁਸ਼ਟ ਹੋ? ਭੈਣ ਜੀ ਇਹ ਤਾਂ ਹੁਣ ਦੇਖਣਾ ਨਾ, ਭਗਵੰਤ ਸਿੰਘ ਮਾਨ ਤੇ ਕੁਲਦੀਪ ਧਾਲੀਵਾਲ ਰੋਜ਼ ਫਿਰਦੇ ਨਹੀਂ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਜ਼ਮੀਨਾਂ ਖਾਲੀ ਕਰਾਉਣ ਵਾਸਤੇ। ਇਹ ਤਾਂ ਹੁਣ ਉਹਨਾਂ ਦਾ ਇਮਤਿਹਾਨ ਹੈ। ਜਿਹੜੇ ਪਹਾੜਾਂ ਦੀਆਂ ਜ਼ਮੀਨਾਂ ਖਾਲੀ ਕਰਾ ਕੇ ਤੇ ਆਪ ਜਾਂਦਾ ਚੀਫ ਮਿਨਿਸਟਰ, ਉਹ ਲਵਲੀ ਯੂਨੀਵਰਸਿਟੀ ਆ ਕੇ ਦੇਖੇ ਕਿ ਕਿੱਥੇ 13 ਕਿੱਲੇ ਕਿੱਦਾਂ ਹੋਊਗੀ, ਕਿੱਦਾਂ ਬਿਲਡਿੰਗ, ਔਰ ਜ਼ਮੀਨ ਦੇ ਤਬਾਦਲੇ ਤੋਂ ਪਹਿਲਾਂ ਹੀ ਬਿਲਡਿੰਗ ਬਣੀ ਹੋਈ ਆ। ਇਨਫੈਕਟ ਲੋਕਲ ਬਾਡੀਜ਼ ਦਾ ਜਿਹੜੇ ਬੰਦਿਆਂ ਨੇ CLUs ਕਿੱਦਾਂ ਦੇ ਦਿੱਤੇ ਇਹਨਾਂ ਨੂੰ, ਜਦ ਉਹਨਾਂ ਦੀ ਮਾਲਕੀ ਹੈ ਨਹੀਂ ਸੀ ਜ਼ਮੀਨ ਦੀ। ਚੇਂਜ ਆਫ ਲੈਂਡ ਯੂਜ਼ ਦਾ ਕਿੱਦਾਂ ਦੇ ਦਿੱਤਾ ਪਰਪਸ। ਇਹ ਤਾਂ ਬੜਾ ਵੱਡਾ ਸਕੈਂਡਲ ਹੈ। ਹੁਣ ਇਸ ਦੀ ਤਹਿਕੀਕਾਤ ਗਵਰਨਮੈਂਟ ਹੀ ਕਰ ਸਕਦੀ ਨਾ ਜੀ। ਯੂ ਕੈਨ ਨਾਟ ਡੂ, I cannot do. If they will not do, then we will decide our next course of action. ਰੰਗਪੁਰੀ ਜੀ ਅੱਜ ਮੇਰਾ ਸਬਜੈਕਟ ਇਹੀ ਹੈ, ਇਹਦਾ ਮੈਂ ਤੁਹਾਨੂੰ ਦੇ ਦੂੰਗਾ ਜਵਾਬ ਐਟ ਦ ਰਾਈਟ ਟਾਈਮ। ਅੱਜ ਸਿਰਫ ਫੋਕਸ ਔਨ ਦਿਸ ਲੈਂਡ ਗ੍ਰੈਬ। ਸੰਪਲਾ ਜੀ ਤਾਂ ਮੈਂ ਹੁਣ ਕੀ ਗਾਰੰਟੀ ਮੈਂ ਲੈ ਸਕਦਾ? ਤੁਸੀਂ ਲੈ ਸਕਦੇ ਆ ਕਿਸੇ ਦੀ ਗਾਰੰਟੀ? ਤੇ ਪਹਿਲਾਂ ਹੀ ਕਿਉਂ ਤੁਸੀਂ ਵਹਿਮ ਕਰੀ ਜਾਂਦੇ ਹੋ? ਮੈਨੂੰ ਹਲੇ ਚੱਲ ਤਾਂ ਲੈਣ ਦਿਓ, ਮੇਰੀ ਹਾਈਲਾਈਟ ਤਾਂ ਕਰੋ, ਲੈ ਕੇ ਤਾਂ ਆਓ। ਮੈਂ ਤੁਹਾਨੂੰ ਨਾਲ, ਮੈਂ ਕਿਤੇ ਪਿੱਛੇ ਹਟਿਆ ਕਿਸੇ ਗੱਲ ਤੋਂ? ਦੱਸੋ, ਟੈਲ ਮੀ ਅਬਾਊਟ ਦ ਇਸ਼ੂ ਵੇਅਰ ਆਈ ਹੈਵ ਬੈਕ ਟਰੈਕਡ, ਟੈਲ ਮੀ ਐਨੀ ਵਨ ਇਸ਼ੂ। ਧੰਨਵਾਦ ਤੁਹਾਡਾ। ਇਹਨਾਂ ਦੀ ਕਿਸੇ ਨੇ ਲੈਣੀ